Hello students, I am Gurshan Singh Brad and today I am going to teach you a very interesting lesson of ninth class, Grooming of a Boy. The lesson has been divided into two parts and today I am going to teach you first part. I will explain in Punjabi language. Let's start. ਬੇਟਾ ਇਬਰਾਹਿਮ ਲਿੰਕਨ ਜਿਨ੍ਹਾਂ ਬਾਰੇ ਅੱਜ ਅਸੀਂ ਇਸ ਲੈਸਨ ਵਿੱਚ ਪੜ੍ਹਾਂਗੇ ਉਹ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਸਨ। ਅੱਜ ਜੋ ਆਪਾਂ ਇਹ ਲੈਸਨ ਪੜ੍ਹਾਂਗੇ ਇਹ ਕੋਈ ਸਟੋਰੀ ਨਹੀਂ ਬਲਕਿ ਇੱਕ ਲੈਟਰ ਹੈ ਜੋ ਇਬਰਾਹਿਮ ਲਿੰਕਨ ਨੇ ਆਪਣੇ ਬੇਟੇ ਦੇ ਅਧਿਆਪਕ ਨੂੰ ਲਿਖਿਆ ਸੀ। ਇਬਰਾਹਿਮ ਲਿੰਕਨ ਚਾਹੁੰਦੇ ਸਨ ਕਿ ਉਹਨਾਂ ਦੇ ਪੁੱਤਰ ਵਿੱਚ ਇੱਕ ਚੰਗੇ ਇਨਸਾਨ ਵਾਲੇ ਸਾਰੇ ਗੁਣ ਹੋਣ। ਇਸੇ ਲਈ ਉਹ ਆਪਣੇ ਬੇਟੇ ਦੇ ਟੀਚਰ ਨੂੰ ਇੱਕ ਲੈਟਰ ਲਿਖ ਕੇ ਕਹਿੰਦੇ ਹਨ ਕਿ ਉਹਨਾਂ ਦੇ ਟੀਚਰ ਉਹਨਾਂ ਦੇ ਬੇਟੇ ਵਿੱਚ ਕਿਹੜੀਆਂ-ਕਿਹੜੀਆਂ ਖੂਬੀਆਂ ਪਾ ਦੇਣ। ਇਹ ਲੈਸਨ ਬੇਟਾ ਲਾਈਨ ਟੂ ਲਾਈਨ ਆਪਾਂ ਕਰਾਂਗੇ। ਗਰੂਮਿੰਗ ਆਫ ਆ ਬॉय। ਇਬਰਾਹਿਮ ਲਿੰਕਨ ਸਨ ਇਜ਼ ਐਟ ਸਕੂਲ। ਇਬਰਾਹਿਮ ਲਿੰਕਨ ਦਾ ਪੁੱਤਰ ਸਕੂਲ ਵਿੱਚ ਹੈ। ਲਿੰਕਨ ਰਾਈਟਸ ਅ ਲੈਟਰ ਟੂ ਹਿਜ਼ ਸਨਸ ਟੀਚਰ। ਲਿੰਕਨ ਆਪਣੇ ਪੁੱਤਰ ਦੇ ਅਧਿਆਪਕ ਨੂੰ ਲੈਟਰ ਲਿਖਦੇ ਹਨ ਰਿਕਵੈਸਟਿੰਗ ਹਿਮ ਟੂ ਮਾਊਲਡ ਦਾ ਬॉय in such a way that he grows up to be a good human being। ਉਹ ਆਪਣੇ ਬੇਟੇ ਦੇ ਟੀਚਰ ਨੂੰ ਬੇਨਤੀ ਕਰਦੇ ਹਨ ਕਿ ਉਹਨਾਂ ਦੇ ਪੁੱਤਰ ਨੂੰ ਇਸ ਤਰ੍ਹਾਂ ਢਾਲ ਦੇਵੇ ਕਿ ਉਹ ਵੱਡਾ ਹੋ ਕੇ ਇੱਕ ਚੰਗਾ ਇਨਸਾਨ ਬਣੇ। What are the qualities which make one a good human being? ਉਹ ਕਿਹੜੇ ਗੁਣ ਹਨ ਜਿਹੜੇ ਕਿਸੇ ਨੂੰ ਇੱਕ ਚੰਗਾ ਇਨਸਾਨ ਬਣਾਉਂਦੇ ਹਨ। ਇਹ ਹੁਣ ਅਸੀਂ ਦੇਖਦੇ ਹਾਂ। ਲੈਟਰ ਪੜ੍ਹਨ ਲੱਗਿਆ ਬੇਟਾ। ਹੀ ਵਿਲ ਹੈਵ ਟੂ ਲਰਨ। ਇਬਰਾਹਿਮ ਲਿੰਕਨ ਕੀ ਲਿਖਦੇ ਹਨ? ਹੀ ਵਿਲ ਹੈਵ ਟੂ ਲਰਨ। ਉਸਨੂੰ ਸਿੱਖਣਾ ਪਵੇਗਾ। ਆਈ ਨੋ, ਮੈਂ ਜਾਣਦਾ ਹਾਂ। ਦੈਟ ਆਲ ਮੈਨ ਆਰ ਨਾਟ ਜਸਟ, ਕਿ ਸਾਰੇ ਵਿਅਕਤੀ ਸਹੀ ਨਹੀਂ ਹੁੰਦੇ। ਆਲ ਮੈਨ ਆਰ ਨਾਟ ਟਰੂ, ਸਾਰੇ ਵਿਅਕਤੀ ਸੱਚੇ ਨਹੀਂ ਹੁੰਦੇ। ਬਟ ਟੀਚ ਹਿਮ ਆਲਸੋ, ਪਰ ਉਸਨੂੰ ਇਹ ਵੀ ਸਿਖਾਓ ਦੈਟ ਫॉर ਐਵਰੀ ਸਕਾਉਂਡਰਲ, ਕਿ ਹਰ ਇੱਕ ਧੋਖੇਬਾਜ਼ ਦੇ ਪਿੱਛੇ ਦੇਅਰ ਇਜ਼ ਅ ਹੀਰੋ, ਇੱਕ ਹੀਰੋ ਵੀ ਹੁੰਦਾ ਹੈ। ਇਬਰਾਹਿਮ ਲਿੰਕਨ ਕੀ ਕਹਿ ਰਹੇ ਹਨ ਆਪਣੇ ਬੇਟੇ ਦੇ ਟੀਚਰ ਨੂੰ ਕਿ ਮੇਰੇ ਬੇਟੇ ਨੂੰ ਇਹ ਗੱਲਾਂ ਦੱਸੋ ਕਿ ਜੇਕਰ ਸੰਸਾਰ ਵਿੱਚ ਧੋਖੇਬਾਜ਼ ਹੁੰਦੇ ਹਨ ਤਾਂ ਚੰਗੇ ਇਨਸਾਨ ਵੀ ਹੁੰਦੇ ਹਨ। that for every selfish politician, ਹਰ ਇੱਕ ਸੈਲਫਿਸ਼ ਸਵਾਰਥੀ ਰਾਜਨੇਤਾ ਦੇ ਪਿੱਛੇ there is a dedicated leader, ਜੇਕਰ ਇੱਕ ਸਵਾਰਥੀ ਨੇਤਾ ਹੁੰਦਾ ਹੈ ਤਾਂ ਇੱਕ ਨਿਸ਼ਾਵਰ, ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣ ਵਾਲਾ, ਸਮਰਪਿਤ ਕਰ ਦੇਣ ਵਾਲਾ ਇੱਕ ਲੀਡਰ ਵੀ ਹੁੰਦਾ ਹੈ। ਟੀਚ ਹਿਮ ਦੈਟ ਫॉर ਐਵਰੀ ਐਨੀਮੀ, ਉਸਨੂੰ ਇਹ ਵੀ ਦੱਸੋ ਕਿ ਫॉर ਐਵਰੀ ਐਨੀਮੀ ਦੇਅਰ ਇਜ਼ ਅ ਫਰੈਂਡ, ਜੇਕਰ ਸੰਸਾਰ ਵਿੱਚ ਦੁਸ਼ਮਣ ਹਨ ਤਾਂ ਮਿੱਤਰ ਵੀ ਹਨ। ਇਟ ਵਿਲ ਟੇਕ ਟਾਈਮ ਆਈ ਨੋ, ਮੈਂ ਜਾਣਦਾ ਹਾਂ ਕਿ ਇਸ ਸਭ ਉੱਤੇ ਟਾਈਮ ਲੱਗੇਗਾ। ਬਟ ਟੀਚ ਹਿਮ, ਪਰ ਉਸਨੂੰ ਸਿਖਾਓ। ਇਫ ਯੂ ਕੈਨ, ਜੇਕਰ ਤੁਸੀਂ ਸਿਖਾ ਸਕਦੇ ਹੋ। ਦੈਟ ਅ ਡਾਲਰ ਅਰਨਡ is of far more value than 5 pound, ਉਸਨੂੰ ਇਹ ਦੱਸੋ ਕਿ ਇੱਕ ਮਿਹਨਤ ਨਾਲ ਕਮਾਇਆ ਹੋਇਆ ਡਾਲਰ ਕਿਤੇ ਜ਼ਿਆਦਾ ਮਹੱਤਵਪੂਰਨ ਹੈ, ਵੈਲਿਊਏਬਲ ਹੈ 5 ਲੱਭੇ ਹੋਏ ਡਾਲਰਾਂ ਦੇ ਨਾਲੋਂ। ਕਿ 5 ਡਾਲਰ ਜੇਕਰ ਉਸਨੂੰ ਲੱਭ ਜਾਂਦੇ ਹਨ ਉਸ ਦੇ ਨਾਲੋਂ ਇੱਕ ਮਿਹਨਤ ਨਾਲ ਕਮਾਇਆ ਹੋਇਆ 1 ਡਾਲਰ ਹੀ ਜ਼ਿਆਦਾ ਮਹੱਤਵਪੂਰਨ ਹੈ। ਟੀਚ ਹਿਮ ਟੂ ਲਰਨ ਟੂ ਲੂਜ਼ ਐਂਡ ਆਲਸੋ ਟੂ ਇੰਜੋਏ ਵਿਨਿੰਗ, ਉਸਨੂੰ ਹਾਰ ਨੂੰ ਸਹਿਣਾ ਵੀ ਸਿਖਾਓ। ਐਂਡ ਆਲਸੋ ਟੂ ਇੰਜੋਏ ਵਿਨਿੰਗ, ਅਤੇ ਜੇਕਰ ਉਹ ਜਿੱਤ ਜਾਂਦਾ ਹੈ ਤਾਂ ਉਸਨੂੰ ਵੀ ਇੰਜੋਏ ਕਰਨਾ ਸਿਖਾਓ। ਹਾਰ ਜਾਂਦਾ ਹੈ ਤਾਂ ਉਸਨੂੰ ਵੀ ਹਾਰਨਾ ਵੀ ਉਸਨੂੰ ਸਿਖਾਓ, ਹਾਰਨ ਦੇ ਉੱਤੇ ਬਹੁਤਾ ਦੁਖੀ ਨਾ ਹੋਵੇ। ਤੇ ਜੇਕਰ ਉਹ ਜਿੱਤਦਾ ਹੈ ਤਾਂ ਜਿੱਤ ਨੂੰ ਇੰਜੋਏ ਕਿਵੇਂ ਕਰਨਾ ਹੈ ਇਹ ਵੀ ਉਸਨੂੰ ਸਿਖਾਓ। ਸਟੀਰ ਹਿਮ ਅਵੇ
from enemy। ਉਸਨੂੰ ਇਹ ਸਿਖਾਓ ਕਿ ਦੁਸ਼ਮਣ ਤੋਂ ਕਿਸ ਤਰ੍ਹਾਂ ਦੂਰ ਰਹਿਣਾ ਹੈ, ਸੌਰੀ ਈਰਖਾ ਤੋਂ ਕਿਸ ਤਰ੍ਹਾਂ ਦੂਰ ਰਹਿਣਾ ਹੈ। ਐਨਵੀ ਹੁੰਦਾ ਬੇਟਾ ਈਰਖਾ। ਉਸਨੂੰ ਇਹ ਸਿੱਖਿਆ ਦਿਓ ਕਿ ਈਰਖਾ ਤੋਂ ਕਿਸ ਤਰ੍ਹਾਂ ਦੂਰ ਰਹਿਣਾ ਹੈ। ਇਫ ਯੂ ਕੈਨ ਟੀਚ ਹਿਮ ਦਾ ਸੀਕ੍ਰੇਟ ਆਫ ਕੁਆਇਟ ਲਾਫਟਰ। ਜੇਕਰ ਤੁਸੀਂ ਸਿਖਾ ਸਕਦੇ ਹੋ ਤਾਂ ਉਸਨੂੰ ਕੁਆਇਟ ਲਾਫਟਰ ਦੀ ਕਲਾ ਸਿਖਾਓ ਕਿ ਅੰਦਰ ਹੀ ਅੰਦਰ ਕਿਸ ਤਰ੍ਹਾਂ ਖੁਸ਼ ਹੋਣਾ ਹੈ। ਲੈਟ ਹਿਮ ਲਰਨ ਅਰਲੀ ਦੈਟ ਦਾ ਬੁਲੀਜ਼ ਆਰ ਦਾ ਈਜ਼ੀਐਸਟ ਟੂ ਲਿਕ। ਉਸਨੂੰ ਜਲਦੀ ਹੀ ਇਹ ਗੱਲ ਸਿੱਖ ਲੈਣ ਦਿਓ ਕਿ ਬੁਲੀਜ਼ ਹੁੰਦੇ ਆ ਬੇਟਾ ਜਿਸ ਤਰ੍ਹਾਂ ਦੂਸਰਿਆਂ ਨੂੰ ਪਰੇਸ਼ਾਨ ਕਰਨ ਵਾਲੇ ਲੋਕ ਹੁੰਦੇ ਹਨ, ਉਹਨਾਂ ਨੂੰ ਬੁਲੀਜ਼ ਕਹਿ ਦਿੰਦੇ ਹਾਂ, ਕਿ ਜੋ ਬੁਲੀਜ਼ ਹੁੰਦੇ ਹਨ ਉਹਨਾਂ ਨੂੰ ਹਰਾਉਣਾ ਬੜਾ ਸੌਖਾ ਹੁੰਦਾ ਹੈ। ਕਿਉਂਕਿ ਜੋ ਬੁਲੀਜ਼ ਹੁੰਦੇ ਹਨ, ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਤੁਹਾਡੇ ਨਾਲ ਦੇ ਬੱਚੇ ਵੀ ਕਈ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਆਪਣੇ ਨਾਲ ਦੇ ਬੱਚਿਆਂ ਨੂੰ ਤੰਗ ਕਰਦੇ ਹਨ, ਬੁਲੀ ਕਰਦੇ ਹਨ, ਛੇੜਦੇ ਹਨ। ਉਹਨਾਂ ਨੂੰ ਹਰਾਉਣਾ ਬੜਾ ਸੌਖਾ ਹੁੰਦਾ ਹੈ। ਉਸਨੂੰ ਇਹ ਸਿਖਾਓ ਕਿਉਂਕਿ ਉਹਨਾਂ ਦੇ ਆਲਰੇਡੀ ਪਹਿਲਾਂ ਹੀ ਬਹੁਤ ਜ਼ਿਆਦਾ ਹੋਰ ਦੁਸ਼ਮਣ ਹੁੰਦੇ ਹਨ। ਟੀਚ ਹਿਮ ਇਫ ਯੂ ਕੈਨ ਦਾ ਵੰਡਰ ਆਫ ਬੁੱਕਸ। ਉਸਨੂੰ ਕਿਤਾਬਾਂ ਦੇ ਅਦਭੁਤ ਸੰਸਾਰ ਬਾਰੇ ਵੀ ਦੱਸੋ। ਬਟ ਆਲਸੋ ਗਿਵ ਹਿਮ ਕੁਆਇਟ ਟਾਈਮ। ਪਰ ਉਸਨੂੰ ਕਾਫੀ ਸਮਾਂ ਕਿਸ ਚੀਜ਼ ਦੀ ਲਈ ਦਿਓ? ਟੂ ਪੌਂਡਰ ਦਾ ਇਟਰਨਲ ਮਾਈਸਟਰੀ ਆਫ ਬਰਡਸ ਇਨ ਦਾ ਸਕਾਈ। ਸੋਚ ਵਿਚਾਰ ਕਰਨ ਦਾ, ਪੌਂਡਰ ਕਰਨ ਦਾ ਉਹਨਾਂ ਨੂੰ ਕਾਫੀ ਸਮਾਂ ਵੀ ਦਿਓ। ਮੇਰੇ ਬੇਟੇ ਨੂੰ ਕਾਫੀ ਸਮਾਂ ਸੋਚ ਵਿਚਾਰ ਕਰਨ ਦਾ ਦਿਓ। ਕਿਸ ਚੀਜ਼ ਬਾਰੇ ਸੋਚ ਵਿਚਾਰ ਕਰਨ ਦਾ? ਇਟਰਨਲ ਮਾਈਸਟਰੀ, ਕਦੇ ਵੀ ਖਤਮ ਨਾ ਹੋਣ ਵਾਲਾ ਅੰਦਰੂਨੀ ਜੋ ਰਹੱਸ ਹੈ, ਆਫ ਬਰਡਸ ਇਨ ਦਾ ਸਕਾਈ, ਜੋ ਆਕਾਸ਼ ਵਿੱਚ ਪੰਛੀ ਉੱਡਦੇ ਹਨ, ਉਹਨਾਂ ਨੂੰ ਸਮਝਣ ਦਾ ਉਸਨੂੰ ਕਾਫੀ ਸਮਾਂ ਦਿਓ। ਇੱਥੇ ਇਬਰਾਹਿਮ ਲਿੰਕਨ ਇਹ ਕਹਿਣਾ ਚਾਹੁੰਦੇ ਹਨ ਕਿ ਮੇਰੇ ਬੇਟੇ ਨੂੰ ਇਕੱਲਾ ਕਿਤਾਬੀ ਕੀੜਾ ਹੀ ਨਾ ਬਣਾ ਦੇਣਾ, ਉਹ ਕਿਤਾਬਾਂ ਦੇ ਵਿੱਚ ਹੀ ਨਾ ਰੁੱਝਿਆ ਰਹੇ। ਉਸਨੂੰ ਕੁਦਰਤ ਨੂੰ ਸਮਝਣ ਦਾ, ਕੁਦਰਤ ਨੂੰ ਇੰਜੋਏ ਕਰਨ ਦਾ ਟਾਈਮ ਵੀ ਦਿਓ। ਆਕਾਸ਼ ਵਿੱਚ ਉੱਡਦੇ ਪੰਛੀਆਂ ਦੇ ਬਾਰੇ ਵੀ ਸੋਚੇ। ਬੀਜ਼ ਇਨ ਦਾ ਸਨ, ਸੂਰਜ ਦੀ ਗਰਮੀ ਦੇ ਵਿੱਚ ਮੱਖੀਆਂ, ਮਧੂ ਮੱਖੀਆਂ ਕਿਸ ਤਰ੍ਹਾਂ ਉੱਡਦੀਆਂ ਹਨ, ਆਨੰਦ ਲੈਂਦੀਆਂ ਹਨ, ਉਹਨਾਂ ਬਾਰੇ ਵੀ ਸੋਚੇ। ਐਂਡ ਫਲਾਰਸ ਔਨ ਆ ਗ੍ਰੀਨ ਹਿਲ ਸਾਈਡ। ਪਰਬਤ ਦੀ ਹਰੀ ਚੋਟੀ ਦੇ ਉੱਪਰ ਜੋ ਫੁੱਲ ਖਿੜੇ ਹੁੰਦੇ ਹਨ ਉਹਨਾਂ ਬਾਰੇ ਵੀ ਸੋਚੇ। ਇਨ ਸਕੂਲ ਟੀਚ ਹਿਮ ਇਟ ਇਜ਼ ਫਾਰ ਮੋਰ ਆਨਰੇਬਲ ਟੂ ਫੇਲ ਦੈਨ ਟੂ ਚੀਟ। ਉਸਨੂੰ ਇਹ ਵੀ ਸਿਖਾਓ ਕਿ ਜੇਕਰ ਉਹ ਸਕੂਲ ਦੇ ਵਿੱਚ ਫੇਲ ਹੋ ਜਾਂਦਾ ਹੈ ਤਾਂ ਉਹ ਆਨਰੇਬਲ ਹੀ ਹੈ ਉਸਦੇ ਲਈ, ਧੋਖੇ ਨਾਲ ਪਾਸ ਹੋਣ ਨਾਲੋਂ। ਇਨ ਸਕੂਲ ਟੀਚ ਹਿਮ ਇਟ ਇਜ਼ ਫਾਰ ਮੋਰ ਆਨਰੇਬਲ। ਇਹ ਕਿਤੇ ਜ਼ਿਆਦਾ ਮਾਣ ਵਾਲੀ ਗੱਲ ਹੈ ਫੇਲ ਹੋਣਾ ਦੈਨ ਟੂ ਚੀਟ। ਇਸ ਦੇ ਨਾਲੋਂ ਕੀ ਵੀ ਉਹ ਨਕਲ ਮਾਰ ਕੇ ਪਾਸ ਹੋ ਜਾਵੇ, ਇਸ ਨਾਲੋਂ ਚੰਗਾ ਹੈ ਫੇਲ ਹੀ ਹੋ ਜਾਵੇ। ਫੇਲ ਹੋਣਾ ਹੀ ਆਨਰੇਬਲ ਗੱਲ ਹੈ। ਟੀਚ ਹਿਮ ਟੂ ਹੈਵ ਫੇਥ ਇਨ ਹਿਜ਼ ਓਨ ਆਈਡੀਆਜ਼। ਉਸਨੂੰ ਇਹ ਵੀ ਸਿਖਾਓ ਕਿ ਉਹ ਆਪਣੇ ਵਿਚਾਰਾਂ ਦੇ ਵਿੱਚ ਵਿਸ਼ਵਾਸ ਰੱਖੇ। ਈਵਨ ਇਫ ਐਵਰੀਵਨ ਟੈਲਸ ਹਿਮ ਦੇ ਆਰ ਰੋਂਗ। ਭਾਵੇਂ ਹਰ ਕੋਈ ਉਸਨੂੰ ਇਹ ਕਹਿ ਰਿਹਾ ਹੋਵੇ ਕਿ ਉਹ ਗਲਤ ਹੈ, ਪਰ ਜੇਕਰ ਉਸਨੂੰ ਇਹ ਵਿਸ਼ਵਾਸ ਹੈ ਕਿ ਉਸਦੇ ਵਿਚਾਰ ਜੋ ਹਨ, ਆਈਡੀਆਜ਼ ਹਨ, ਉਹ ਠੀਕ ਹਨ, ਤਾਂ ਉਸਨੂੰ ਆਪਣੇ ਆਪ ਉੱਪਰ ਵਿਸ਼ਵਾਸ ਕਰਨਾ ਵੀ ਸਿਖਾਓ। ਟੀਚ ਹਿਮ ਟੂ ਬੀ ਜੈਂਟਲ ਵਿਦ ਦਾ ਜੈਂਟਲ ਐਂਡ ਟਫ ਵਿਦ ਦਾ ਟਫ। ਉਸਨੂੰ ਨਰਮ ਦੇ ਨਾਲ ਨਰਮ ਅਤੇ ਸਖਤ ਦੇ ਨਾਲ ਸਖਤ ਹੋਣਾ ਵੀ ਸਿਖਾਓ। ਕਿਉਂਕਿ ਬੇਟਾ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਹਨ। ਸਾਨੂੰ ਨਰਮ ਲੋਕ ਵੀ ਮਿਲਦੇ ਹਨ ਤੇ ਬੜੇ ਰੁੱਖੇ ਸਖਤ ਲੋਕ ਵੀ ਮਿਲਦੇ ਹਨ। ਤਾਂ ਕਈ ਵਾਰ ਸਾਨੂੰ ਕੀ ਹੈ, ਉਹਨਾਂ ਦੇ ਨਾਲ ਉਹੋ ਜਿਹਾ ਹੀ ਵਿਵਹਾਰ ਕਰਨਾ ਪੈਂਦਾ ਹੈ। ਤਾਂ ਇਬਰਾਹਿਮ ਲਿੰਕਨ ਕਹਿੰਦੇ ਹਨ ਕਿ ਮੇਰੇ ਬੇਟੇ ਨੂੰ ਹਰ ਸਥਿਤੀ ਦੇ ਵਿੱਚ ਟੈਕਲ ਕਰਨਾ ਸਿਖਾਓ, ਹਰ ਸਥਿਤੀ ਦਾ, ਹਰ ਤਰ੍ਹਾਂ ਦੇ ਲੋਕਾਂ ਦਾ ਸਾਹਮਣਾ ਕਰਨਾ ਸਿਖਾਓ। Try to give my son the strength not to follow the crowd when everyone is getting on the bandwagon। ਇਬਰਾਹਿਮ ਲਿੰਕਨ ਕੀ ਕਹਿ ਰਹੇ ਹਨ ਕਿ ਕੋਸ਼ਿਸ਼ ਕਰੋ ਮੇਰੇ ਪੁੱਤਰ ਨੂੰ ਇਹੋ ਜਿਹੀ ਤਾਕਤ ਦੇਣ ਦੀ। ਸਟਰੈਂਥ ਹੁੰਦਾ ਬੇਟਾ ਤਾਕਤ,
ਮੇਰੇ ਪੁੱਤਰ ਨੂੰ ਇਹੋ ਜਿਹੀ ਤਾਕਤ ਦੇਣ ਦੀ ਕੋਸ਼ਿਸ਼ ਕਰੋ ਕਿ ਉਹ ਭੀੜ ਦੇ ਪਿੱਛੇ ਨਾ ਲੱਗੇ, ਫੋਲੋ ਨਾ ਕਰੇ ਭੀੜ ਨੂੰ। when everyone is getting on a band wagon, ਜਦ ਹਰ ਕੋਈ ਇੱਕੋ ਗੱਡੇ ਦੇ ਪਿੱਛੇ ਲੱਗਿਆ ਹੋਵੇ। ਇਹ ਬੇਟਾ ਕੀ ਹੈ? ਬੈਂਡ ਵੈਗਨ ਹੁੰਦਾ ਵੈਸੇ ਗੱਡਾ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਇੱਕ ਗੱਡਾ ਚੱਲਿਆ ਜਾ ਰਿਹਾ, ਉਸਦੇ ਪਿੱਛੇ ਪਿੱਛੇ ਭੀੜ ਚੱਲੀ ਜਾ ਰਹੀ ਹੈ। ਤਾਂ ਇੱਥੇ ਇਬਰਾਹਿਮ ਲਿੰਕਨ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਜੋ ਮੇਰਾ ਬੇਟਾ ਹੈ ਉਹ ਪੂਰੀ ਤਰ੍ਹਾਂ ਸੋਚ ਸਮਝ ਕੇ ਆਪਣਾ ਰਸਤਾ ਚੁਣੇ, ਨਾ ਕਿ ਲੋਕਾਂ ਦੇ ਪਿੱਛੇ ਲੱਗ ਕੇ, ਇੱਕ ਭੀੜ ਦੇ ਪਿੱਛੇ ਲੱਗ ਕੇ ਜੋ ਹੋਰ ਲੋਕ ਕਰ ਰਹੇ ਹਨ ਇਹ ਵੀ ਉਸੇ ਤਰ੍ਹਾਂ ਕਰੇ। ਇਬਰਾਹਿਮ ਲਿੰਕਨ ਇਹ ਨਹੀਂ ਚਾਹੁੰਦੇ ਸਨ। ਇਹ ਦੇਖੋ ਬੇਟਾ, ਜਿਵੇਂ ਤੁਸੀਂ +1 ਦੇ ਵਿੱਚ ਕੋਈ ਨਵੇਂ ਸਬਜੈਕਟ ਲੈਣੇ ਹੁੰਦੇ ਹਨ ਕਿ ਮੈਂ ਆਰਟਸ ਲਵਾਂ, ਮੈਡੀਕਲ ਲਵਾਂ ਜਾਂ ਨੌਨ ਮੈਡੀਕਲ ਲਵਾਂ। ਇਹਦੇ ਵਿੱਚ ਕੀ ਹੈ, ਤੁਸੀਂ ਆਪ ਸੋਚ ਵਿਚਾਰ ਕਰਨੀ ਹੁੰਦੀ ਹੈ ਕਿ ਸਾਡੇ ਲਈ ਠੀਕ ਕੀ ਹੈ। ਇਹ ਨਹੀਂ ਕਿ ਜੋ ਸਬਜੈਕਟ ਤੁਹਾਡੇ ਦੋਸਤ ਲੈ ਰਹੇ ਹਨ ਜਾਂ ਹੋਰ ਕੋਈ ਲੈ ਰਿਹਾ ਹੈ ਤੁਸੀਂ ਵੀ ਉਸੇ ਤਰ੍ਹਾਂ ਹੀ ਉਹਨਾਂ ਦੇ ਪਿੱਛੇ ਲੱਗ ਕੇ ਉਸੇ ਤਰ੍ਹਾਂ ਦੇ ਸਬਜੈਕਟ ਲੈ ਲਓ। ਤੁਸੀਂ ਆਪਣੀ ਕਪੈਸਿਟੀ ਦੇਖਣੀ ਹੈ ਬੇਟਾ, ਆਪਣਾ ਇੰਟਰਸਟ ਦੇਖਣਾ ਹੈ। ਇਹੀ ਜੋ ਇਬਰਾਹਿਮ ਲਿੰਕਨ ਹਨ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਮੇਰੇ ਬੇਟੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਤਾਕਤ ਪੈਦਾ ਕਰੋ ਕਿ ਉਹ ਆਪਣੇ ਫੈਸਲੇ ਆਪ ਲੈ ਸਕੇ, ਨਾ ਕਿ ਭੀੜ ਦੇ ਪਿੱਛੇ ਲੱਗੇ। ਟੀਚ ਹਿਮ ਟੂ ਲਿਸਨ ਟੂ ਆਲ ਮੈਨ, ਉਸਨੂੰ ਸਿਖਾਓ ਕਿ ਸਭ ਦੀ ਗੱਲ ਸੁਣੇ। ਬਟ ਟੀਚ ਹਿਮ ਆਲਸੋ ਟੂ ਫਿਲਟਰ ਆਲ that he hears on a screen of truth, ਉਸਨੂੰ ਇਹ ਵੀ ਸਿਖਾਓ ਕਿ ਜੋ ਵੀ ਉਸਨੇ ਸੁਣਿਆ ਹੈ ਉਸਨੂੰ ਇੱਕ ਫਿਲਟਰ ਲਗਾਵੇ, ਉਸਨੂੰ ਇੱਕ ਛਾਨਣੀ ਵਿੱਚ ਛਾਣੇ। ਭਾਵ ਕਿ ਜੋ ਸੱਚੀਆਂ ਗੱਲਾਂ ਹਨ ਉਸ ਵਿੱਚੋਂ ਸਹੀ ਹੈ, ਚੰਗਾ ਹੈ, ਉਸਨੂੰ ਉਹ ਗ੍ਰਹਿਣ ਕਰੇ ਅਤੇ ਬਾਕੀ ਛੱਡ ਦੇਵੇ। ਐਂਡ ਟੇਕ ਓਨਲੀ ਦਾ ਗੁੱਡ that comes through, ਅਤੇ ਕੇਵਲ ਚੰਗੀਆਂ ਚੀਜ਼ਾਂ ਹੀ ਉਸ ਵਿੱਚੋਂ ਲਵੇ, ਜੋ ਉਸ ਵਿੱਚੋਂ ਚੰਗਿਆਈ ਬਾਹਰ ਆਉਂਦੀ ਹੈ ਉਹਨਾਂ ਗੱਲਾਂ ਦੇ ਵਿੱਚੋਂ। ਸੁਣੇ ਸਭ ਦੀ ਪਰ ਕਰੇ ਜੋ ਉਸ ਵਿੱਚੋਂ ਚੰਗਾ ਹੈ। ਟੀਚ ਹਿਮ ਇਫ ਯੂ ਕੈਨ, ਉਸਨੂੰ ਸਿਖਾਓ ਜੇਕਰ ਤੁਸੀਂ ਸਿਖਾ ਸਕਦੇ ਹੋ। ਹਾਊ ਟੂ ਲਾਫ ਵੈਨ ਹੀ ਇਜ਼ ਸੈਡ, ਖੁਸ਼ ਕਿਵੇਂ ਹੋਣਾ ਹੈ, ਹੱਸਣਾ ਕਿਵੇਂ ਹੈ ਜਦੋਂ ਉਹ ਉਦਾਸ ਹੈ। ਟੀਚ ਹਿਮ ਦੇਅਰ ਇਜ਼ ਨੋ ਸ਼ੇਮ ਇਨ ਟੀਅਰਸ, ਉਸਨੂੰ ਸਿਖਾਓ ਕਿ ਹੰਝੂਆਂ ਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੁੰਦੀ। ਜੇਕਰ ਉਹ ਰੋਣਾ ਚਾਹਵੇ, ਦੁਖੀ ਹੈ ਤਾਂ ਰੋ ਵੀ ਲਵੇ। ਟੀਚ ਹਿਮ ਟੂ ਸਕੋਫ, ਉਸਨੂੰ ਸਿਖਾਓ ਹੱਸਣਾ, ਮਜ਼ਾਕ ਉਡਾਉਣਾ। ਐਟ ਸਾਇੰਸ ਐਂਡ ਟੂ ਬਿਵੇਅਰ ਆਫ ਟੂ ਮਚ ਸਵੀਟਨੈਸ, ਉਸਨੂੰ ਸਿਖਾਓ। ਸਾਇੰਸ ਕੀ ਹੁੰਦੇ ਆ ਬੇਟਾ? ਜੋ ਵਿਅਕਤੀ ਸਭ ਨੂੰ ਸਵਾਰਥੀ ਸਮਝਣ ਉਹਨਾਂ ਨੂੰ ਕਹਿ ਦਿੰਦੇ ਆ ਸਾਇੰਸ। ਉਸਨੂੰ ਸਿਖਾਓ ਕਿ ਜੋ ਇਸ ਤਰ੍ਹਾਂ ਦੇ ਲੋਕ ਹੁੰਦੇ ਹਨ ਜੋ ਹਰ ਇੱਕ ਨੂੰ ਸਵਾਰਥੀ ਸਮਝਦੇ ਹਨ, ਉਹਨਾਂ ਦਾ ਮਜ਼ਾਕ ਉਡਾਉਣਾ ਵੀ ਮੇਰੇ ਬੇਟੇ ਨੂੰ ਸਿਖਾਓ। ਅਤੇ ਟੂ ਬਿਵੇਅਰ ਆਫ ਟੂ ਮਚ ਸਵੀਟਨੈਸ, ਅਤੇ ਬਹੁਤ ਜ਼ਿਆਦਾ ਸਵੀਟਨੈਸ ਤੋਂ ਉਹ ਬਚੇ। ਜੋ ਚਾਪਲੂਸੀ ਹੈ, ਮਿਠਾਸ ਹੈ, ਜ਼ਿਆਦਾ ਮਿੱਠਾ ਬੋਲਣ ਵਾਲੇ ਲੋਕ ਜੋ ਅਕਸਰ ਝੂਠੇ ਵੀ ਹੁੰਦੇ ਹਨ, ਉਹਨਾਂ ਤੋਂ ਉਹ ਬਚ ਕੇ ਰਵੇ। ਟੀਚ ਹਿਮ ਟੂ ਸੈਲ ਹਿਜ਼ ਬ੍ਰਾਨ ਐਂਡ ਬ੍ਰੇਨ ਟੂ ਦਾ ਹਾਈਐਸਟ ਬਿਡਰ, ਮੇਰੇ ਬੇਟੇ ਨੂੰ ਕੀ ਸਿਖਾਓ ਕਿ ਉਹ ਆਪਣੀ ਸਰੀਰਕ ਬਲ ਅਤੇ ਦਿਮਾਗੀ ਸ਼ਕਤੀ, ਬ੍ਰੇਨ ਬਰਾਊਨ ਹੁੰਦਾ ਬੇਟਾ ਸਾਡੀ ਜੋ ਬਾਹੂਬਲ ਹੈ, ਸਾਡੀ ਪਾਵਰ ਸਰੀਰਕ ਸ਼ਕਤੀ ਹੈ, ਐਂਡ ਬ੍ਰੇਨ ਹੈ ਜੋ ਸਾਡੀ ਮੈਂਟਲ ਸ਼ਕਤੀ ਹੈ, ਸਾਡਾ ਦਿਮਾਗ ਹੈ, ਕਿਸ ਨੂੰ ਵੇਚੇ, ਕਿਸ ਦੇ ਲਈ ਉਹ ਇਹ ਕੰਮ ਕਰੇ ਜੋ ਉਸਦੀ ਹਾਈਐਸਟ ਬੋਲੀ ਲਗਾਵੇ, ਉਸਨੂੰ ਉਸਦੀ ਸਹੀ ਕੀਮਤ ਦੇਵੇ। ਉਸ ਦੇ ਲਈ ਹੀ ਉਹ ਆਪਣੀ ਸਰੀਰਕ ਸ਼ਕਤੀ ਅਤੇ ਦਿਮਾਗੀ ਸ਼ਕਤੀ ਨੂੰ ਵੇਚੇ। ਬਟ ਨੈਵਰ ਟੂ ਪੁੱਟ ਅ ਪ੍ਰਾਈਸ ਟੈਗ ਔਨ ਹਿਜ਼ ਹਰਟ ਐਂਡ ਸੋਲ, ਪਰ ਕਦੇ ਵੀ ਆਪਣਾ ਦਿਲ ਅਤੇ ਆਤਮਾ ਨਾ ਵੇਚੇ, ਉਹਨਾਂ ਦੀ ਕੋਈ ਵੀ ਕੀਮਤ ਉਹ ਨਾ ਰੱਖੇ। ਟੀਚ ਹਿਮ ਟੂ ਕਲੋਜ਼ ਹਿਜ਼ ਈਅਰਸ ਟੂ ਅ ਹਾਊਲਿੰਗ ਮੌਬ, ਉਸਨੂੰ ਸਿਖਾਓ ਕਿ ਰੌਲਾ ਪਾਉਣ ਵਾਲੀ ਭੀੜ ਦੇ ਪ੍ਰਤੀ ਆਪਣੇ ਕੰਨ ਬੰਦ ਕਰ ਲਵੇ। ਐਂਡ ਟੂ ਸਟੈਂਡ ਐਂਡ ਫਾਈਟ ਇਫ ਹੀ ਥਿੰਕਸ ਹੀ ਇਜ਼ ਰਾਈਟ, ਅਤੇ ਜੇਕਰ ਉਹ ਸੋਚਦਾ ਹੈ ਕਿ ਉਹ ਠੀਕ ਹੈ ਤਾਂ ਉਸਨੂੰ ਖੜਨਾ ਅਤੇ ਲੜਨਾ ਵੀ ਸਿਖਾਓ। ਆਪਣੇ ਹੱਕਾਂ ਦੇ ਪ੍ਰਤੀ ਉਹ ਲੜੇ ਜੇਕਰ ਉਹ ਸੋਚਦਾ ਹੈ ਕਿ ਉਹ ਠੀਕ ਹੈ। ਟ੍ਰੀਟ ਹਿਮ ਜੈਂਟਲੀ, ਉਸ ਦੇ ਨਾਲ ਨਰਮਾਈ ਵਾਲਾ ਵਿਵਹਾਰ ਕਰੋ। ਬਟ ਡੋਂਟ ਕਡਲ ਹਿਮ,
because only the test of fire makes fine steel. But don't cuddle him mean ਕਿ ਉਸਨੂੰ ਬਹੁਤਾ ਛਾਤੀ ਨਾਲ ਵੀ ਲਗਾ ਕੇ ਨਾ ਰੱਖੋ, ਕਿਉਂਕਿ ਅੱਗ ਦੇ ਵਿੱਚੋਂ ਨਿਕਲ ਕੇ ਹੀ ਲੋਹਾ ਵਧੀਆ ਬਣਦਾ ਹੈ। ਭਾਵ ਜੇਕਰ ਤੁਸੀਂ ਉਸ ਨੂੰ ਸਖਤ ਮਿਹਨਤ ਕਰਵਾਓਗੇ ਫੇਰ ਹੀ ਉਹ ਕੀ ਹੈ, ਇੱਕ ਚੰਗਾ ਇਨਸਾਨ, ਇੱਕ ਪਰਫੈਕਟ ਇਨਸਾਨ ਬਣ ਸਕੇਗਾ। ਉਸ ਨੂੰ ਜ਼ਿਆਦਾ ਛਾਤੀ ਨਾ ਲਗਾ ਕੇ ਵੀ ਨਾ ਰੱਖਣਾ। ਲੈਟ ਹਿਮ ਹੈਵ ਦਾ ਕਰੇਜ ਟੂ ਬੀ ਇੰਪੇਸ਼ੈਂਟ। ਉਸਨੂੰ ਹੌਸਲਾ ਕਰਨ ਦਿਓ ਇੰਪੇਸ਼ੈਂਸ ਹੋਣ ਦਾ, ਈਗਰ ਹੋਣ ਦਾ। ਕੋਈ ਉਹ ਉਤਸੁਕ ਵੀ ਰਵੇ ਆਪਣੇ ਜੀਵਨ ਦੇ ਵਿੱਚ ਅਲੱਗ-ਅਲੱਗ ਪ੍ਰਾਪਤੀਆਂ ਕਰਨ ਦੇ ਲਈ, ਉਤਸੁਕ ਰਵੇ, ਈਗਰ ਹੋਵੇ। ਕੀਨ ਵੀ ਹੁੰਦਾ ਬੇਟਾ ਇਸ ਦਾ ਮਤਲਬ ਉਤਸੁਕਤਾ ਉਸ ਵਿੱਚ ਹੋਣੀ ਚਾਹੀਦੀ ਹੈ। ਉਸਨੂੰ ਹੌਸਲਾ ਕਰਨ ਦਿਓ ਕਿ ਅਲੱਗ-ਅਲੱਗ ਜੀਵਨ ਵਿੱਚ ਪ੍ਰਾਪਤੀਆਂ ਕਰਨ ਦੇ ਲਈ ਉਤਸੁਕ ਰਵੇ। ਲੈਟ ਹਿਮ ਹੈਵ ਦਾ ਪੇਸ਼ੈਂਸ ਟੂ ਬੀ ਬਰੇਵ। ਅਤੇ ਉਸ ਵਿੱਚ ਧੀਰਜ ਵੀ ਹੋਣਾ ਚਾਹੀਦਾ ਹੈ। ਬਹਾਦਰ ਬਣਨ ਦੇ ਲਈ ਉਸ ਵਿੱਚ ਧੀਰਜ ਵੀ ਹੋਣਾ ਚਾਹੀਦਾ ਹੈ। ਟੀਚ ਹਿਮ ਆਲਵੇਜ਼ ਟੂ ਹੈਵ ਸੁਬਲਾਈਮ ਫੇਥ ਇਨ ਹਿਮਸੈਲਫ। ਉਸਨੂੰ ਸਿਖਾਓ ਕਿ ਹਮੇਸ਼ਾ ਆਪਣੇ ਆਪ ਵਿੱਚ ਪੂਰਨ ਵਿਸ਼ਵਾਸ ਰੱਖੇ। ਬਿਕੋਜ਼ ਦੈਨ ਹੀ ਵਿਲ ਆਲਵੇਜ਼ ਹੈਵ ਸੁਬਲਾਈਮ ਫੇਥ ਇਨ ਮੈਨਕਾਇੰਡ। ਕਿਉਂਕਿ ਫੇਰ ਹੀ ਉਹ ਪੂਰਨ ਵਿਸ਼ਵਾਸ ਰੱਖ ਸਕੇਗਾ ਮਨੁੱਖਤਾ ਦੇ ਵਿੱਚ। ਜੇਕਰ ਉਸਨੂੰ ਆਪਣੇ ਆਪ ਵਿੱਚ ਪੂਰਨ ਵਿਸ਼ਵਾਸ ਹੋਵੇਗਾ ਫੇਰ ਹੀ ਉਹ ਮਨੁੱਖਤਾ ਦੇ ਵਿੱਚ ਪੂਰਨ ਵਿਸ਼ਵਾਸ ਰੱਖ ਸਕੇਗਾ। ਦਿਸ ਇਜ਼ ਅ ਬਿਗ ਆਰਡਰ। ਇਹ ਇੱਕ ਵੱਡਾ ਆਰਡਰ ਹੈ। ਬਟ ਸੀ ਵਟ ਯੂ ਕੈਨ ਡੂ। ਪਰ ਦੇਖਦੇ ਹਾਂ ਤੁਸੀਂ ਕੀ ਕਰ ਸਕਦੇ ਹੋ। ਸੱਚ ਆ ਹੀ ਇਜ਼ ਸੱਚ ਅ ਫਾਈਨ ਲਿਟਲ ਫੈਲੋ ਮਾਈ ਸਨ। ਉਹ ਇੱਕ ਬਹੁਤ ਹੀ ਪਿਆਰਾ ਛੋਟਾ ਬੱਚਾ ਹੈ, ਬਹੁਤ ਹੀ ਪਿਆਰਾ ਛੋਟਾ ਇੱਕ ਪ੍ਰਾਣੀ ਹੈ, ਮੇਰਾ ਪੁੱਤਰ। Okay students, here we have completed this chapter, and I will come very shortly with new lesson. Okay, goodbye.